हाँ जी बेटा जी, ਇਹ ਕਾਲਜ ਦੇ ਕੁਛ ਮੈਂ ਵੇਖਿਆ ਸੀ ਪ੍ਰੀਵੀਅਸ ਈਅਰ ਪੇਪਰ 'ਚ ਕੁਐਸਚਨ ਆਏ ਸੀਗੇ ਜਿਹੜੇ ਆਪਾਂ ਸ਼ਾਇਦ ਕਵਰ ਨਹੀਂ ਕੀਤੇ, ਤੇ ਮੈਂ ਚਾਹਾਂਗਾ ਆਪਾਂ ਕਵਰ ਕਰ ਲਈਏ ਅਤੇ ਲੈਕਚਰਾਂ ਵਿੱਚ ਆਪਾਂ ਉਹੀ ਕੁਐਸਚਨ ਤੁਹਾਨੂੰ ਕਰਾਵਾਂਗੇ। ਖਤਮ ਨੇ ਮੇਰੇ ਹਿਸਾਬ ਨਾਲ ਚੈਪਟਰ 'ਤੇ। ਸਭ ਤੋਂ ਪਹਿਲਾਂ ਓਬਜੈਕਟਿਵਸ ਆਫ ਇਕੋਲੋਜੀ। ਓਬਜੈਕਟਿਵ ਕੀ ਹੁੰਦਾ ਵੀ ਇਕੋਲੋਜੀ ਪੜ੍ਹਨ ਦਾ ਸਾਡਾ ਉਦੇਸ਼ ਕੀ ਹੈ। ਕਹਿੰਦਾ ਜੀ ਕੀ ਇੰਪੋਰਟੈਂਸ ਹੈਗੀ ਇਕੋਲੋਜੀ ਪੜ੍ਹਨ ਦੀ। ਦ ਲੋਕਲ ਐਂਡ ਜਿਓਗ੍ਰਾਫੀਕਲ ਡਿਸਟਰੀਬਿਊਸ਼ਨ ਐਂਡ ਅਬੰਡੈਂਸ ਆਫ ਆਰਗੈਨਿਜ਼ਮ। ਇੱਥੇ ਇਕੋਲੋਜੀ ਪੜ੍ਹਨ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਵਾ ਕਿ ਕਿਹੜਾ ਜਾਨਵਰ ਸਾਨੂੰ ਕਿੱਥੇ ਅਤੇ ਜੋਗ੍ਰਾਫੀਕਲ ਡਿਸਟਰੀਬਿਊਸ਼ਨ ਮਤਲਬ ਕਿੱਥੇ, ਜੋਗ੍ਰਾਫੀ ਮਤਲਬ ਏਰੀਆ ਕਿਹੜਾ ਜਿੱਥੇ ਸਾਨੂੰ ਜਾਨਵਰ ਮਿਲੇਗਾ ਅਤੇ ਕਿੰਨੀ ਮਾਤਰਾ 'ਚ ਮਿਲੇਗਾ, ਇਹ ਦੱਸ ਦਿੰਦਾ। ਟੈਂਪੋਰਲ ਚੇਂਜਿਸ ਇਨ ਦ ਅਕਰੈਂਸ ਅਬੰਡੈਂਸ ਐਂਡ ਐਕਟੀਵਿਟੀਜ਼ ਆਫ ਆਰਗੈਨਿਜ਼ਮ, ਕਿ ਜਦੋਂ ਕੁਛ ਮੰਨ ਲਓ ਸੀਜ਼ਨ ਚੇਂਜ ਹੁੰਦਾ ਅਤੇ ਉੱਥੋਂ ਦੇ ਜਿਹੜੇ ਔਰਗੈਨਿਜ਼ਮ ਹੈਗੇ ਉਹਨਾਂ ਦੀ ਰਹਿਣ ਸਹਿਣ 'ਚ ਕਿੱਦਾਂ ਫਰਕ ਆਉਂਦਾ ਹੈ, ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਮਿਲ ਜਾਂਦੀ ਇਕੋਲੋਜੀ ਪੜ੍ਹ ਕੇ। ਠੀਕ ਹੈ ਜੀ। ਅਤੇ ਇਕੋਲੋਜੀ ਪੜ੍ਹ ਕੇ ਆਪਾਂ ਵੱਖੋ ਵੱਖਰੇ ਜੀਵ ਜੰਤੂਆਂ ਨਾਲ ਆਪਸ 'ਚ ਰਿਲੇਸ਼ਨਸ਼ਿਪ ਕੀ ਹੈ ਉਹ ਪੜ੍ਹ ਲੈਂਦੇ, ਕਿਸ ਤਰ੍ਹਾਂ ਇੱਕ ਦੂਜੇ 'ਤੇ ਨਿਰਭਰ ਕਰਦੇ ਨੇ ਉਹ ਪੜ੍ਹ ਲੈ। ਦ ਇੰਟਰ ਰਿਲੇਸ਼ਨਸ਼ਿਪ ਬਿਟਵੀਨ ਔਰਗੈਨਿਜ਼ਮਸ ਇਨ ਪਾਪੂਲੇਸ਼ਨ ਐਂਡ ਕਮਿਊਨਿਟੀ। ਸਟਰਕਚਰਲ ਅਡੈਪਟੇਸ਼ਨ ਫੰਕਸ਼ਨਲ ਐਡਜਸਟਮੈਂਟ ਆਫ ਔਰਗੈਨਿਜ਼ਮ ਟੂ ਦੇਅਰ ਫਿਜ਼ੀਕਲ ਐਨਵਾਇਰਮੈਂਟ। ਕਿੱਦਾਂ ਆਪਣੇ ਆਪ ਨੂੰ ਔਰਗੈਨਿਜ਼ਮ ਜਿਹੜਾ ਆ ਕੋਈ ਵੀ ਜੀਵ ਜੰਤੂ ਆਪਣੇ ਆਪ ਨੂੰ ਬਾਹਰ ਦੇ ਜਿਹੜੇ ਵਾਤਾਵਰਨ 'ਚ ਚੇਂਜ ਆ ਰਹੇ ਆ ਉਹਨਾਂ ਲਈ ਕਿੱਦਾਂ ਢਾਲਦਾ ਵਾ, ਉਹਦੇ ਬਾਰੇ ਵੀ ਸਾਨੂੰ ਇਕੋਲੋਜੀ ਪੜ੍ਹ ਕੇ ਪਤਾ ਲੱਗ ਜਾਂਦਾ। ਅਤੇ ਨੈਚੁਰਲੀ ਜਿਹੜਾ ਆਰਗੈਨਿਜ਼ਮ ਹੈ ਜਿਸ ਵਾਤਾਵਰਨ 'ਚ ਮਿਲਦਾ ਉਹਦਾ ਨੈਚੁਰਲ ਜਿਹੜੀ ਵਾਤਾਵਰਨ ਜਿੱਦਾਂ ਮਿਲਦਾ ਉਹਦਾ ਕਿੱਦਾਂ ਉਹ ਉੱਥੇ ਰਹਿੰਦਾ ਹੈ, ਕਿੱਦਾਂ ਉਹ ਰਿਐਕਟ ਕਰਦਾ ਹੈ, ਉਹਦੇ ਬਾਰੇ ਵੀ ਸਾਨੂੰ ਬਿਹੇਵੀਅਰ ਕੀ ਆਰਗੈਨਿਜ਼ਮ ਦਾ ਆਪਣੇ ਨੈਚੁਰਲ ਇਨਵਾਇਰਮੈਂਟ ਵਿੱਚ, ਕਿ ਮੰਨ ਲਓ ਆਪਣੇ ਜਿੱਥੇ ਉਹ ਕੁਦਰਤੀ ਤੌਰ 'ਤੇ ਪਾਇਆ ਜਾਂਦਾ ਉੱਥੇ ਉਹਦਾ ਇਨਵਾਇਰਮੈਂਟ ਉੱਥੇ ਉਹ ਕਿੱਦਾਂ ਹਰਕਤਾਂ ਕਰਦਾ ਹੈ, ਜਾਂ ਕਿਤੇ ਉਹਨੂੰ ਕਿਤੇ ਚੁੱਕ ਕੇ ਸ਼ਿਫਟ ਕਰ ਦਿਓ ਇਹੋ ਜਿਹੇ ਇਨਵਾਇਰਮੈਂਟ ਜਿੱਥੇ ਉਹਨੂੰ ਨੈਚੁਰਲ ਨਹੀਂ ਪਾਇਆ ਜਾਂਦਾ, ਕੀ ਉਹਦੇ ਬਿਹੇਵੀਅਰ 'ਚ ਚੇਂਜ ਆ ਜਾਂਦਾ। ਮਤਲਬ ਤੁਸੀਂ ਆਪਣੇ ਘਰ 'ਚ ਬੜਾ ਵਧੀਆ ਫਰੀਲੀ ਮੂਵ ਕਰਦੇ ਹੋ, ਬਟ ਜੇ ਤੁਸੀਂ ਆਪਣੇ ਮਤਲਬ ਰਿਸ਼ਤੇਦਾਰਾਂ ਘਰ ਚਲੇ ਜਾਂਦੇ ਹੋ ਤਾਂ ਫਿਰ ਤੁਸੀਂ ਆਪਣਾ ਬੜਾ ਸੋਫਿਸਟੀਕੇਟਡ ਬਿਹੇਵ ਕਰਦੇ ਹੋ ਤਾਂ ਕਿ ਠੀਕ ਹੈ ਨਾ, ਬਿਹੇਵੀਅਰ ਚੇਂਜ ਹੁੰਦਾ। ਇੱਦਾਂ ਹੀ ਕਿਸੇ ਵੀ ਆਰਗੈਨਿਜ਼ਮ ਦਾ ਚੇਂਜ ਹੁੰਦਾ ਜਦੋਂ ਉਹਨੂੰ ਆਪਣੇ ਨੈਚੁਰਲ ਇਨਵਾਇਰਮੈਂਟ ਤੋਂ ਸ਼ਿਫਟ ਕਰੇ ਕਿਤੇ ਹੋਰ ਇਨਵਾਇਰਮੈਂਟ 'ਚ ਸ਼ਿਫਟ ਕਰੀਏ ਇੱਥੋਂ। ਅਤੇ ਆਪਾਂ ਵੇਖ ਸਕਦੇ ਹਾਂ ਕਿ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਇਕੋਲੋਜੀ ਪੜ੍ਹ ਕੇ ਕਿ ਨੈਚੁਰਲੀ ਜਿਹੜਾ ਆਰਗੈਨਿਜ਼ਮ ਹੈ ਆਪਣੇ ਨੈਚੁਰਲ ਇਨਵਾਇਰਮੈਂਟ 'ਚ ਕਿੱਦਾਂ ਬਿਹੇਵ ਕਰਦਾ ਹੈ। ਦ ਐਵੋਲੂਸ਼ਨ ਡਿਵੈਲਪਮੈਂਟ ਆਫ ਆਲ ਥੀਸ ਇੰਟਰ ਰਿਲੇਸ਼ਨਸ਼ਿਪ, ਅਤੇ ਕਿੱਦਾਂ ਆਰਗੈਨਿਜ਼ਮ ਦਾ ਜਿੱਦਾਂ ਤੁਹਾਨੂੰ ਪਤਾ ਐਵੋਲੂਸ਼ਨ ਹੁੰਦੀ ਪਈ ਹੈ ਲਗਾਤਾਰ, ਅੱਗੇ ਪ੍ਰਗਤੀ ਹੁੰਦੀ ਪਈ ਹੈ, ਪ੍ਰਗਤੀ ਨਾਲ ਕਿੱਦਾਂ ਚੇਂਜ ਆਉਂਦੇ ਪਏ ਆ, ਅਤੇ ਚੇਂਜਾਂ ਦੇ ਨਾਲ ਕੀ ਅਸਰ ਪੈਂਦਾ ਆਰਗੈਨਿਜ਼ਮ ਪੋਪੂਲੇਸ਼ਨ 'ਤੇ ਉਹ ਵੀ ਆਪਾਂ ਪੜ੍ਹ ਲੈਂਦੇ ਹਾਂ। ਦ ਬਾਇਓਲੋਜੀਕਲ ਪ੍ਰੋਡਕਟਿਵਿਟੀ ਆਫ ਨੇਚਰ ਐਂਡ ਰਿਲੇਸ਼ਨ ਵਿਦ ਮੈਨਕਾਈਂਡ, ਕਿ ਨੇਚਰ ਦਾ ਕੀ ਕਿੱਦਾਂ ਮਤਲਬ ਕਿ ਪ੍ਰੋਡਕਟਿਵਿਟੀ ਕਿੱਦਾਂ ਹੈ ਅਤੇ ਕਿੱਦਾਂ ਉਹਦੀ ਹਿਊਮਨ ਦੀ ਐਕਟੀਵਿਟੀ ਨਾਲ ਨੇਚਰ ਦੀ ਪ੍ਰੋਡਕਟਿਵਿਟੀ 'ਤੇ ਕੀ ਅਸਰ ਪੈਂਦਾ ਪਿਆ, ਉਹਦੇ ਬਾਰੇ ਵੀ ਆਪਾਂ ਇਕੋਲੋਜੀ 'ਚ ਪੜ੍ਹ ਲੈਂਦੇ ਹਾਂ। ਦ ਡਿਵੈਲਪਮੈਂਟ ਆਫ ਮੈਥਮੈਟੀਕਲ ਮਾਡਲ ਟੂ ਰਿਲੇਟ ਇੰਟਰੈਕਸ਼ਨ ਆਫ ਪੈਰਾਮੀਟਰਸ ਐਂਡ ਪ੍ਰੈਡਿਕਟ ਇਫੈਕਟਸ। ਫਿਰ ਬਾਅਦ ਆਪਾਂ ਮੈਥਮੈਟੀਕਲ ਇੱਦਾਂ ਦੇ ਫਾਰਮੂਲੇ ਹੀ ਬਣਾ ਲਏ, ਆਪਾਂ ਦੱਸ ਸਕਦੇ ਵੀ ਇੰਨੇ ਆਰਗੈਨਿਜ਼ਮ ਹੋਣਗੇ ਅਤੇ ਇੱਦਾਂ ਟਰੀ ਪੇੜ ਕੱਟੇ ਜਾਣਗੇ, ਇੱਦੇ ਘਰ ਬਣ ਜਾਣਗੇ, ਮੈਥਮੈਟੀਕਲ ਕੈਲਕੂਲੇਸ਼ਨਾਂ ਵੀ ਫਾਰਮੂਲੇ ਹੀ ਬਣਾ ਲਏ ਹੋਏ ਆਪਾਂ। ਠੀਕ ਹੈ। ਅਤੇ ਨਾਲੇ ਹੋਰ ਜੇ ਵੱਧੇਗੀ ਪਾਪੂਲੇਸ਼ਨ ਤਾਂ ਇਹਦਾ ਸਿੱਧਾ ਹੀ ਕਿ ਇੰਨੀ ਪਾਪੂਲੇਸ਼ਨ ਵੱਧ ਗਈ ਅਤੇ ਕਿੰਨੇ ਘਰ ਕੱਟੇ ਜਾਣਗੇ, ਕਿੰਨੇ ਘਰ ਵੱਧ ਜਾਣਗੇ, ਕਿੰਨੇ ਪੇੜ ਕੱਟੇ ਜਾਣਗੇ, ਉਹਨਾਂ ਬਾਰੇ ਸਾਰੀ ਕੈਲਕੂਲੇਸ਼ਨ ਵੀ ਆਪਾਂ ਕਰ ਸਕਦੇ ਇਕੋਲੋਜੀ ਦੇ ਪੜ੍ਹਨ ਦੇ ਨਾਲ। ਦ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਆਫ ਨੈਚੁਰਲ ਰਿਸੋਰਸਿਸ ਐਂਡ ਪੋਲਿਊਸ਼ਨ। ਇਕੋਲੋਜੀ ਪੜ੍ਹਾਂਗੇ ਸਾਨੂੰ ਪਤਾ ਲੱਗੇਗਾ ਕਿ ਹਾਂ ਵੀ ਕਿੱਦਾਂ ਆਪਾਂ ਮਾੜਾ ਅਸਰ ਪਾਉਂਦੇ ਪਏ ਹਾਂ ਅਤੇ ਕਿੱਦਾਂ ਆਪਾਂ ਕੰਟਰੋਲ ਕਰ ਸਕਦੇ ਹਾਂ, ਕਿੱਦਾਂ ਪ੍ਰੀਵੈਂਟ ਕਰ ਸਕਦੇ ਹਾਂ। ਇਹ ਸਾਰਾ ਕੁਛ ਪੜ੍ਹ ਕੇ ਇਕੋਲੋਜੀ 'ਚੋਂ ਹੀ ਸਾਨੂੰ ਗਿਆਨ ਮਿਲ ਜਾਂਦਾ ਹੈ। ਠੀਕ ਹੈ ਜੀ। ਇਹ ਸਾਰੇ ਫਿਰ ਇਸੇ ਕਰਕੇ ਸਾਡੀ ਇਕੋਲੋਜੀ ਪੜ੍ਹਨਾ ਕੀ ਹੈ ਇੰਪੋਰਟੈਂਟ ਹੋ ਜਾਂਦਾ ਹੈ। ਠੀਕ ਹੈ ਜੀ। ਇੱਕ ਤਾਂ ਤੁਹਾਨੂੰ ਓਬਜੈਕਟਿਵ ਆਫ ਇਕੋਲੋਜੀ ਦਾ ਕੁਐਸਚਨ ਵੱਖਰਾ ਆ ਜਾਏਗਾ ਅਤੇ ਇਹ ਸਾਰੇ ਤੁਸੀਂ ਪੁਆਇੰਟ ਉਹ 'ਚ ਲਿਖ ਕੇ ਆਉਣੇ ਹੈ ਬੇਟਾ ਜੀ। ਅਤੇ ਫਿਰ ਕੈਟਾਗਰੀਜ਼ ਆਫ ਇਕੋਲੋਜੀ, ਇਕੋਲੋਜੀ ਨੂੰ ਕਿਹੜੀ ਕੈਟਾਗਰੀ 'ਚ ਵੰਡਿਆ ਜਾ ਸਕਦਾ ਹੈ। ਫਿਜ਼ੀਓਲੋਜੀਕਲ ਇਕੋਲੋਜੀ, ਪੋਪੂਲੇਸ਼ਨ ਇਕੋਲੋਜੀ, ਕਮਿਊਨਿਟੀ ਇਕੋਲੋਜੀ ਅਤੇ ਇਕੋਸਿਸਟਮ ਇਕੋਲੋਜੀ। ਫਿਜ਼ੀਓਲੋਜੀਕਲ ਇਕੋਲੋਜੀ ਦਾ ਮਤਲਬ ਕੀ ਹੈ, ਇਹਦੇ ਵਿੱਚ ਇੱਕ ਸਪੀਸੀਜ਼ ਕੋਈ ਵੀ ਇੱਕ ਤਰ੍ਹਾਂ ਦਾ ਜੀਵ ਜੰਤੂ ਲਾ ਲਓ, ਉਹ ਕਿੱਦਾਂ ਆਪਣੇ ਆਲੇ ਦੁਆਲੇ ਨੂੰ ਮਤਲਬ ਆਲੇ ਦੁਆਲੇ ਵਿੱਚ ਜੇ ਟੈਂਪਰੇਚਰ ਚੇਂਜ ਹੋ ਜਾਏ, ਕੋਈ ਸਨਲਾਈਟ ਦੀ ਅਮਾਊਂਟ 'ਚ ਚੇਂਜ ਹੋ ਜਾਏ, ਉਹਦਾ ਆਲੇ ਦੁਆਲੇ ਦੇ ਚੇਂਜ ਆਉਣ ਨਾਲ ਕਿੱਦਾਂ ਇੱਕ ਸਪੀਸੀਜ਼ ਦੇ ਕੋਈ ਇੱਕ ਤਰ੍ਹਾਂ ਦਾ ਜੀਵ ਜੰਤੂ ਕਿੱਦਾਂ ਉਹਨੂੰ ਰਿਸਪੌਂਸ ਕਰਦਾ ਹੈ, ਉਹ ਹੁੰਦਾ ਫਿਜ਼ੀਓਲੋਜੀਕਲ ਇਕੋਲੋਜੀ। ਫਿਜ਼ੀਓਲੋਜੀਕਲ ਇਕੋਲੋਜੀ ਡੀਲਸ ਵਿਦ ਰਿਸਪੌਂਸ ਆਫ ਸਿੰਗਲ ਸਪੀਸੀਜ਼ ਟੂ ਐਨਵਾਇਰਨਮੈਂਟ ਕੰਡੀਸ਼ਨ ਸੱਚ ਐਜ਼ ਟੈਂਪਰੇਚਰ ਔਰ ਲਾਈਟ। ਪੋਪੂਲੇਸ਼ਨ ਇਕੋਲੋਜੀ ਇਹਦਾ ਕੀ ਫੋਕਸ ਔਨ ਦ ਅਬੰਡੈਂਸ ਐਂਡ ਡਿਸਟਰੀਬਿਊਸ਼ਨ ਆਫ ਇੰਡੀਵਿਜੂਅਲ ਸਪੀਸੀਜ਼ ਐਂਡ ਫੈਕਟਰ ਦੈਟ ਕਾਜ਼ ਸੱਚ ਡਿਸਟਰੀਬਿਊਸ਼ਨ। ਇਹਦੇ 'ਚ ਆਪਾਂ ਪੜ੍ਹਦੇ ਹੈਗੇ ਹਾਂ ਪੋਪੂਲੇਸ਼ਨ ਬਾਰੇ ਕਿ ਕਿੱਦਾਂ ਇੱਕ ਤਰ੍ਹਾਂ ਦੇ ਜੀਵ ਜੰਤੂਆਂ ਦੀ ਕਿੰਨੀ ਮਾਤਰਾ ਪਾਈ ਜਾਏਗੀ ਇੱਕ ਜਗ੍ਹਾ 'ਤੇ ਅਤੇ ਕਿੱਥੇ ਪਾਈ ਜਾਏਗੀ, ਉਹ ਕਾਹਦੇ 'ਚ ਪੜ੍ਹਦੇ ਹਾਂ ਪੋਪੂਲੇਸ਼ਨ ਇਕੋਲੋਜੀ। ਕਮਿਊਨਿਟੀ ਇਕੋਲੋਜੀ ਡੀਲਸ ਵਿਦ ਨੰਬਰ ਆਫ ਸਪੀਸੀਜ਼। ਇਹ 'ਚ ਇੱਕੋ ਤਰ੍ਹਾਂ ਦੀ ਸਪੀਸੀਜ਼ ਹੁੰਦੀ ਹੈ, ਇਹ 'ਚ ਇੱਕੋ ਤਰ੍ਹਾਂ ਦੇ ਜੀਵ ਜੰਤੂ ਹੁੰਦੇ, ਇਹ 'ਚ ਵੀ ਇੱਕੋ ਤਰ੍ਹਾਂ ਦੇ ਜੀਵ ਜੰਤੂ ਹੁੰਦੇ। ਇਹ 'ਚ ਕੀ ਹੁੰਦਾ ਵੱਖੋ ਵੱਖਰੇ ਤਰ੍ਹਾਂ ਦੇ ਜੀਵ ਜੰਤੂ ਕਿੱਦਾਂ ਪਾਏ ਜਾਂਦੇ ਹੈ ਇੱਕ ਜਗ੍ਹਾ 'ਤੇ, ਉਹਨਾਂ ਬਾਰੇ ਕਿਹ 'ਚ ਪੜ੍ਹਿਆ ਜਾਂਦਾ ਹੈ ਕਮਿਊਨਿਟੀ ਇਕੋਲੋਜੀ 'ਚ। ਠੀਕ ਹੈ ਜੀ।
तो ਈਕੋਸਿਸਟਮ ਇਕੋਲੋਜੀ ਈਕੋਸਿਸਟਮ ਕੀ ਹੁੰਦਾ ਵਾ ਤੁਹਾਡੇ ਜੀਵ ਜੰਤੂ ਜਿਹੜੇ ਇੱਕ ਜਗ੍ਹਾ 'ਤੇ ਪਾਏ ਜਾਂਦੇ ਅਤੇ ਆਲੇ ਦੁਆਲੇ ਜਿਹੜਾ ਵੀ ਵਾਤਾਵਰਨ ਉਹ ਆਪਸ 'ਚ ਕਿੱਦਾਂ ਇੰਟਰੈਕਟ ਕਰਦੇ ਉਹਨਾਂ ਬਾਰੇ ਜਿਹੜਾ ਪੜ੍ਹਿਆ ਜਾਂਦਾ ਉਹ ਈਕੋਸਿਸਟਮ 'ਚ ਪੜ੍ਹਿਆ। ਈਕੋਸਿਸਟਮ ਡੀਲ ਵਿਦ ਸਟਰਕਚਰ ਐਂਡ ਫੰਕਸ਼ਨ ਆਫ ਐਂਟਾਇਰ suite of micro plants and their abiotic environment and how the parts interact to generate the whole। ठीक है जी। ਈਕੋਸਿਸਟਮ ਕੀ ਹੁੰਦਾ ਹੈ ਜਿਸ 'ਚ ਕਿੱਦਾਂ ਬਾਇਓਟਿਕ ਅਤੇ ਏਬਾਇਓਟਿਕ ਫੈਕਟਰ, ਬਾਇਓਟਿਕ ਮਤਲਬ ਜੀਵ ਜੰਤੂ ਅਤੇ ਏਬਾਇਓਟਿਕ ਮਤਲਬ ਨਿਰਜੀਵ ਜਿਹੜੇ ਇੱਕ ਜਗ੍ਹਾ ਨਿਰਜੀਵ ਮਤਲਬ ਕਿ ਆਲਾ ਦੁਆਲਾ ਵਾਤਾਵਰਨ, ਉਹ ਵਾਤਾਵਰਨ ਦੇ ਇੱਕ ਤਰ੍ਹਾਂ ਸਪੀਸੀਜ਼ ਅਤੇ ਵੱਖੋ ਵੱਖਰੇ ਤਰ੍ਹਾਂ ਸਪੀਸੀਜ਼ ਜਿਹੜੀਆਂ ਉੱਥੇ ਇੱਕ ਜਗ੍ਹਾ 'ਤੇ ਮਿਲਦੀਆਂ ਨੇ ਉਹ ਕਿੱਦਾਂ ਆਪਸ 'ਚ ਇੰਟਰੈਕਟ ਕਰਦੀਆਂ ਉਹ ਗੱਚ ਪੜਿਆ ਜਾਂਦਾ ਈਕੋਸਿਸਟਮ ਇਕੋਲੋਜੀ 'ਚ। ਠੀਕ ਹੈ ਜੀ। ਅਤੇ ਆਹ ਕੈਟਾਗਰੀਜ਼ ਹੋ ਗਈਆਂ ਇਕੋਲੋਜੀ ਦੀਆਂ। ਫਿਰ ਅਗਲਾ ਇੱਕ ਕੁਐਸਚਨ ਆ ਜਾਏਗਾ ਡਿਫਰੈਂਸ ਬਿਟਵੀਨ ਇਕੋਲੋਜੀ ਐਂਡ ਈਕੋਸਿਸਟਮ। ਇਟ ਇਜ਼ ਸਟੱਡੀ ਆਫ ਬਾਇਓਟਿਕ ਐਂਡ ਏਬਾਇਓਟਿਕ ਕੰਪੋਨੈਂਟਸ ਐਂਡ ਹਾਊ ਦੇ ਇੰਟਰੈਕਟ ਵਿਚ ਈਚ ਅਦਰ। ਇਹਦੇ ਵਿੱਚ ਆਪਾਂ ਪੜ੍ਹਦੇ ਹਾਂ ਕਿਹੜੇ ਬਾਇਓਟਿਕ ਚੀਜ਼ਾਂ ਹੁੰਦੀਆਂ, ਕਿਹੜੀ ਏਬਾਇਓਟਿਕ ਚੀਜ਼ਾਂ ਹੈਗੀਆਂ ਅਤੇ ਕਿੱਦਾਂ ਉਹ ਆਪਾਂ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਹਾਂ, ਕਿੱਦਾਂ ਇੱਕ ਦੂਜੇ 'ਤੇ ਅਸਰ ਪਾਉਂਦੀਆਂ ਨੇ, ਉਹ ਆਪਾਂ ਇਕੋਲੋਜੀ 'ਚ ਪੜ੍ਹਦੇ। ਈਕੋਸਿਸਟਮ ਦ ਇੰਟਰੈਕਸ਼ਨ ਆਫ ਐਨੀਮਲ ਪਲਾਂਟਸ ਐਂਡ ਦੇਅਰ ਐਨਵਾਇਰਮੈਂਟ। ਇਹ 'ਚ ਕਿੱਦਾਂ ਐਨੀਮਲ ਪਲਾਂਟ ਅਤੇ ਆਪਣੀ ਐਨਵਾਇਰਮੈਂਟ ਦੇ ਨਾਲ ਕਿੱਦਾਂ ਇੰਟਰੈਕਟ ਕਰਦੇ ਆ, ਉਹ ਈਕੋਸਿਸਟਮ ਦਾ ਪਾਰਟ ਹੁੰਦਾ ਹੈ। ਠੀਕ ਹੈ ਜੀ। ਇਹਦੇ 'ਚ ਸਾਰਾ ਕੁਛ ਪੜ੍ਹਨਾ ਇਕੋਲੋਜੀ 'ਚ ਪੜ੍ਹਨਾ ਵਾ, ਸਾਰਾ ਕੁਛ ਪੜ੍ਹਨਾ ਆ, ਐਟਮੋਸਫੀਅਰ ਹੀ ਪੜ੍ਹਨਾ ਹੈ, ਸਾਰਾ ਕੁਛ ਪੜ੍ਹਨਾ ਹੈ। ਬਟ ਇਹ 'ਚ ਜਿੱਥੇ ਇਕੋਸਿਸਟਮ 'ਚ ਜਿੱਥੇ ਐਨੀਮਲ ਪਲਾਂਟ ਜਿਹੜਾ ਐਨੀਮਲ ਪਲਾਂਟ ਜਿੱਥੇ ਰਹਿੰਦਾ ਹੈ ਉਹਦੇ ਐਨਵਾਇਰਮੈਂਟ ਬਾਰੇ ਹੀ ਪੜ੍ਹਨਾ ਹੈ। ਇਟ ਇਜ਼ ਕੰਪਰੀਹੈਂਸਿਵ ਸਟੱਡੀ ਆਫ ਆਰਗੈਨਿਜ਼ਮ ਐਂਡ ਦ ਰਿਲੇਸ਼ਨ ਵਿਦ ਇਨਵਾਇਰਮੈਂਟ। ਇਹ ਬੜੀ ਡਿਟੇਲ ਸਟੱਡੀ ਹੈ। ਇਟ ਰੈਫਰ ਟੂ ਸਿਸਟਮ ਦੈਟ ਇਨਕਲੂਡਸ ਆਲ ਦ ਆਰਗੈਨਿਜ਼ਮ ਏਰੀਆ ਅਲੋਂਗ ਵਿਦ ਦ ਫਿਜ਼ੀਕਲ ਐਨਵਾਇਰਮੈਂਟ। ਇਹ ਈਕੋਸਿਸਟਮ ਇਕੱਲਾ ਇਕੋਲੋਜੀ ਦਾ ਇੱਕ ਛੋਟਾ ਜਿਹਾ ਪਾਰਟ ਹੈਗਾ ਵਾ। It is study of relationship between different organisms and their environment. It is place such as forest, pond, ocean where interaction between living and non-living things are occur। ਇੱਥੇ ਇੱਕ ਪਰਟੀਕੂਲਰ ਚੀਜ਼ ਜਗ੍ਹਾ ਚੁਣ ਲੈਣੀ ਹੈ, ਉੱਥੇ ਸਟੱਡੀ ਕਰਨੀ ਹੈ ਈਕੋਸਿਸਟਮ ਦੇ ਵਿੱਚ। ਇੱਥੇ ਕੀ ਹੈ, ਸਾਰੀ ਈਕੋਸਿਸਟਮ ਨੂੰ ਪੜ੍ਹਨਾ, ਵੱਖੋ ਵੱਖਰੇ ਤਰ੍ਹਾਂ ਦੀ ਈਕੋਸਿਸਟਮ ਨੂੰ ਪੜ੍ਹਨਾ, ਉਹ ਕੀ ਹੁੰਦਾ ਹੈ, ਇਕੋਲੋਜੀ। ਠੀਕ ਹੈ ਜੀ। ਯਾਨੀ ਕਿ ਈਕੋਸਿਸਟਮ ਪਾਰਟ ਹੁੰਦਾ ਕਿਹਦਾ, ਇਕੋਲੋਜੀ। ਇਟ ਇਜ਼ ਬ੍ਰੌਡ ਕੰਸੈਪਟ ਆਫ ਬਾਇਓਲੋਜੀ, ਇਟ ਇਜ਼ ਸਬਸੈਟ ਆਫ ਇਕੋਲੋਜੀ। ਇਹ ਵੇਖੋ ਇਕੋਲੋਜੀ ਦਾ ਇੱਕ ਹਿੱਸਾ ਹੀ ਹੈਗਾ ਕਿ ਈਕੋਸਿਸਟਮ ਮਤਲਬ ਇੱਕ ਤਰ੍ਹਾਂ ਦੀ ਕੋਈ ਤੁਸੀਂ ਛੋਟਾ ਜਿਹਾ ਹਿੱਸਾ ਚੁਣ ਲਿਆ ਤਾਂ ਉੱਥੇ ਕਿੱਦਾਂ ਜੀਵ ਜੰਤੂ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਆ ਅਤੇ ਇਨਵਾਇਰਮੈਂਟ ਦੇ ਨਾਲ ਇੰਟਰੈਕਟ ਕਰਦੇ ਆ, ਉਹ ਕੀ ਹੈ, ਈਕੋਸਿਸਟਮ। ਜੇ ਤੁਸੀਂ ਸਾਰਾ ਪੜ੍ਹਿਆ ਸਾਰੀ ਧਰਤੀ 'ਤੇ ਕਿੱਦਾਂ ਅਸਰ ਪੈ ਰਿਹਾ ਹੈ, ਸਾਰੇ ਧਰਤੀ ਦੇ ਜੀਵ ਜੰਤੂ ਕਿੱਦਾਂ ਧਰਤੀ 'ਤੇ ਅਸਰ ਪਾ ਰਿਹਾ ਅਤੇ ਕਿੱਦਾਂ ਧਰਤੀ ਦਾ ਵਾਤਾਵਰਨ ਉਹਨਾਂ ਜੀਵ ਜੰਤੂਆਂ ਦਾ ਅਸਰ ਪਾ ਰਿਹਾ, ਉਹ ਕੀ ਹੋ ਗਿਆ, ਇਕੋਲੋਜੀ ਹੋ ਗਿਆ। ਠੀਕ ਹੈ ਜੀ ਬੇਟਾ ਜੀ। ਅਤੇ ਇਹ ਇਕੋਲੋਜੀ ਅਤੇ ਇਕੋਸਿਸਟਮ ਦਾ ਡਿਫਰੈਂਸ ਦਾ ਕੁਐਸਚਨ ਹੋਏਗਾ ਅਤੇ ਤੁਸੀਂ ਇਹ ਪੁਆਇੰਟ ਲਿਖ ਕੇ ਆਉਣੇ ਹੈ। ਅੱਗੇ ਬੇਟਾ ਜੀ ਸਸਟੇਨੇਬਲ ਡਿਵੈਲਪਮੈਂਟ ਕਿਉਂ, ਤੁਹਾਨੂੰ ਮੈਂ ਜਿੱਦਾਂ ਇੱਕ ਲੈਕਚਰ ਸਮਝਾਇਆ ਸੀ, ਸਸਟੇਨੇਬਲ ਡਿਵੈਲਪਮੈਂਟ ਦੀ ਕਿਉਂ ਲੋੜ ਪਈ, ਕਿਉਂਕਿ ਜਿੱਦਾਂ ਆਪਣੀ ਪਾਪੂਲੇਸ਼ਨ ਵੱਧਦੀ ਜਾ ਰਹੀ ਹੈ ਅਤੇ ਹੋ ਸਕਦਾ ਆਉਂਦੇ ਟਾਈਮ ਤੱਕ ਜਿਹੜੀ ਚੀਜ਼ਾਂ ਸਾਨੂੰ ਜਿੱਦਾਂ ਪਾਣੀ ਘਟਦਾ ਜਾ ਰਿਹਾ, ਆਉਂਦੇ ਟਾਈਮ 'ਤੇ ਮਿਲੇ ਨਾ, ਅਤੇ ਹੋ ਸਕਦਾ ਸਾਡੇ ਜਿਹੜੇ ਪੈਟਰੋਲ ਜੀਵਾਸ਼ਮ ਇੰਧਨ ਖਤਮ ਹੋ ਜਾਣ ਅਤੇ ਆਪਾਂ ਕੀ ਚਾਹੁੰਦੇ ਹਾਂ ਕਿ ਇਹ ਜਿਹੜੇ ਰਿਸੋਰਸਿਸ ਆ ਬਣੇ ਰਹਿਣ, ਕਾਫੀ ਸਮੇਂ ਤੱਕ ਆਉਂਦੀ ਵਾਲੀ ਪੀੜ੍ਹੀਆਂ ਨੂੰ ਮਿਲਦੇ ਰਹਿਣ। ਤਾਂ ਆਪਾਂ ਸਸਟੇਨੇਬਲ ਡਿਵੈਲਪਮੈਂਟ ਸਾਨੂੰ ਚਾਹੀਦੀ ਹੈ ਕਿ ਸੋਚ ਲੈਣਾ, ਪਹਿਲਾਂ ਹੀ ਪਲਾਨ ਕਰ ਲੈਣਾ ਵੀ ਜੇ ਆਪਾਂ ਡਿਵੈਲਪਮੈਂਟ ਕਰਾਂਗੇ ਅਤੇ ਸਾਡੇ ਪਾਪੂਲੇਸ਼ਨ ਸਾਡੀ ਆਲੇ ਦੁਆਲੇ 'ਤੇ ਉਹਦਾ ਕੀ ਅਸਰ ਪਏਗਾ, ਘੱਟ ਤੋਂ ਘੱਟ ਅਸਰ ਪਵੇ। ਅਤੇ ਜੇ ਆਪਾਂ ਕੋਈ ਰਿਸੋਰਸ ਵਰਤਦੇ ਪਏ ਹਾਂ ਅਤੇ ਚੱਜ ਨਾਲ ਨੂੰ ਵਰਤੀਏ ਕਿ ਬਹੁਤੀ ਉਹਦੀ ਓਵਰ ਯੂਜ਼ ਨਾ ਕਰ ਲਈਏ। Objective of sustainable development is a human centered strategy focusing on improved quality of life in which environment quality is important part। environment ਦੀ quality ਨੂੰ ਬਣਾ ਕੇ ਰੱਖਣਾ ਹੈ। Maintain equilibrium of land and evolve, implement and agriculture development strategies। ਤੁਸੀਂ ਕਰਨਾ ਵਾ ਇਕੁਇਲਿਬਰੀਅਮ ਬਣਾ ਕੇ ਰੱਖਣਾ ਵਾ ਲੈਂਡ ਨੂੰ ਡਿਵੈਲਪ ਕਰਨ ਦਾ ਅਤੇ ਐਗਰੀਕਲਚਰ ਪ੍ਰੈਕਟਿਸ ਨੂੰ ਕਰਨ ਦਾ, ਤਾਂ ਕਿ ਤੁਹਾਡਾ ਲੈਂਡ ਕੰਜ਼ਰਵਡ ਰਹੇ। ਮੇਕ ਟਾਈਮ ਬਾਉਂਡ ਕਮਿਟਮੈਂਟਸ ਟੂ ਕਲੀਨ ਅਪ ਸਿਟੀਜ਼ ਦੀ ਹਰ ਜਗ੍ਹਾ 'ਤੇ ਕਲੀਨ ਕਰਨ ਦਾ ਇੱਕ ਟਾਈਮ ਰੱਖਣਾ ਵੀ ਇੰਨੇ ਟਾਈਮ ਬਾਅਦ ਬਾਰ ਕਲੀਨ ਕਰਨਾ ਹੈ ਰਿਵਰਸ ਨੂੰ, ਸਿਟੀਜ਼ ਨੂੰ। ਫੋਰਸਫੁਲੀ ਕਲੋਜ਼ ਡਾਊਨ ਸੀਰੀਅਸਲੀ ਪੋਲੂਟਿੰਗ ਫੈਕਟਰੀਜ਼, ਜਿਹੜੀਆਂ ਫੈਕਟਰੀਜ਼ ਤੋਂ ਜ਼ਿਆਦਾ ਪੋਲੂਸ਼ਨ ਹੋ ਰਿਹਾ, ਜਿਹੜੀਆਂ ਚੀਜ਼ਾਂ ਤੋਂ ਜ਼ਿਆਦਾ ਪੋਲੂਸ਼ਨ ਉਹਨਾਂ ਨੂੰ ਜ਼ਬਰਦਸਤੀ ਬੰਦ ਕੀਤਾ ਜਾਵੇ। ਪਲਾਨ ਮੈਸਿਵ ਇਕੋਲੋਜੀਕਲ ਕੰਸਟਰਕਸ਼ਨ ਪ੍ਰੋਜੈਕਟ ਟੂ ਸਲੋ ਡਾਊਨ ਇਕੋਲੋਜੀਕਲ ਡੀਗ੍ਰੇਡੇਸ਼ਨ। ਅਤੇ ਆਪਾਂ ਇੱਦਾਂ ਦੇ ਪ੍ਰੋਜੈਕਟ ਬਣਾਉਣੇ ਜਿਨ੍ਹਾਂ ਨਾਲ ਜਿਹੜੇ ਕਿ ਚੈੱਕ ਕਰਨਗੇ ਕਿ ਜਿਹੜੀਆਂ ਚੀਜ਼ਾਂ ਕਰਕੇ ਇਕੋਲੋਜੀ ਨੂੰ ਨੁਕਸਾਨ ਹੁੰਦਾ, ਇਕੋਸਿਸਟਮ ਖਤਮ ਹੋ ਰਿਹਾ, ਉਹਨਾਂ ਨੂੰ ਬੰਦ ਕੀਤਾ ਜਾਵੇ। ਡਿਵੈਲਪ ਐਨਵਾਇਰਮੈਂਟਲ ਇੰਡਸਟਰੀ, ਐਨਵਾਇਰਮੈਂਟ ਨੂੰ ਵਾਧਾ ਦੇਣ ਵਾਲੀ, ਚੰਗਾ ਬਣਾਉਣ ਵਾਲੀ ਇੰਡਸਟਰੀ ਨੂੰ ਹੋਰ ਪ੍ਰੋਤਸਾਹਿਤ, ਉੱਦਾਂ ਦੇ ਤਰੀਕਿਆਂ ਨੂੰ ਪ੍ਰੋਤਸਾਹਿਤ ਕਰਨਾ। ਨੋਨ ਰੀਨਿਊਏਬਲ ਸੋਰਸਿਸ ਮਸਟ ਬੀ ਰਿਡਿਊਸ, ਜਿਹੜੀਆਂ ਕਿ ਜਿੱਦਾਂ ਜੀਵਾਸ਼ਮ ਇੰਧਨ ਦਾ ਖਪਤ ਨੂੰ ਕਰਨਾ ਘਟਾਉਣਾ ਚਾਹੀਦਾ ਹੈ। ਸੇਵ ਐਨਰਜੀ ਨੂੰ ਸੇਵ ਕਰਨਾ ਚਾਹੀਦਾ। ਬੈਲੈਂਸ ਆਫ ਵਾਟਰ ਰਿਸੋਰਸਿਸ, ਵਾਟਰ ਨੂੰ ਵੀ ਚੱਜ ਨਾਲ ਵਰਤਣਾ, ਐਫੀਸ਼ੀਐਂਟਲੀ ਵਰਤਣਾ ਚਾਹੀਦਾ। ਕੰਟਰੋਲ ਐਮਿਸ਼ਨ ਆਫ ਹਾਰਮਫੁਲ ਗੈਸਿਸ ਨੂੰ ਘੱਟ ਛੱਡਣਾ, ਰਿਲੀਜ਼ ਕਰਨਾ ਚਾਹੀਦਾ ਤਾਂ ਕਿ ਪੋਲੂਸ਼ਨ ਘੱਟ ਜਾਵੇ। ਕੰਪਨਸੇਟ ਫॉर ਫੋਰੈਸਟ ਡਿਸਟਰਕਸ਼ਨ ਦੀ ਜਿੱਦਾਂ ਪੇੜ ਕੱਟੇ ਗਏ ਅਤੇ ਕਿਤੇ ਹੋਰ ਜਗ੍ਹਾ ਦੂਜੀ ਜਗ੍ਹਾ ਜਾ ਕੇ ਹੋਰ ਪੇੜ ਲਾ ਦਿੱਤੇ ਜਾਣ।
ठीक है जी। इंप्लीमेंट फैमिली प्लानिंग प्रोग्राम, पॉपूलेशन को कंट्रोल च रखना। डेवलपमेंट एनवायरमेंटल फ्रेंडली बिल्डिंग, ग्रीन बिल्डिंग वाला कंसैप्ट। इंक्रीज यूज़ ऑफ रीन्यूएबल सोर्सेज, ये सारे की है, ये सब चीज़ा करांगे तो ये की होएगा, अही सस्टेनेबल डेवलपमेंट लिया सकते हाँ। ठीक है जी। फीचर्स ऑफ सस्टेनेबल डेवलपमेंट, की फीचर ने सस्टेनेबल? प्रोटेक्टिंग द वर्ल्ड क्लाइमेट बाय रीडायरेक्टिंग एनर्जी एंड ट्रांसपोर्ट पॉलिसीज, अपनी वर्ल्ड के क्लाइमेट को बचा के रखना, एनवायरनमेंट को बचा के रखना, नविया मतलब शोधे हुए तरीके वरत के पोल्यूशन घट करके। स्टीयरिंग ग्लोबलाइजेशन ऑन टू सोशली एनवायरनमेंटली एक्सैप्टेबल पाथ, ग्लोबलाइजेशन तो होंगी पई है ना, तुहानूं पता है, बट इहदे नाल की होना चाहिए है, तुहाडा इदा का रस्ता चुनना है कि एनवायरनमेंट फ्रेंडली हो, एनवायरनमेंट को ज़्यादा नुकसान ना पहुँचाता हो। प्रोवाइडिंग फूड सिक्योरिटी थ्रू ग्लोबल रीकनवर्जन ऑफ एग्रीकल्चर, फूड हमेशा मिलता रहे। तुहानूं पता है कहते ज़्यादा एग्रीकल्चर लैंड फॉरेस्ट कटना है, फॉरेस्ट में भी एग्रीकल्चर लैंड में बनाया जा रहा है, तो कहता बट इस तरह बनाया जाए ताकि तुहाडा ज़्यादा बैलेंस ना बिगड़े। प्रमोटिंग कंजरवेशन एंड सस्टेनेबल यूज़ ऑफ बायोलॉजिकल डाइवर्सिटी एंड फॉरेस्ट को बचा के रखना। प्रोटेक्टिंग सॉइल्स, मेकिंग गुड द राइट टू वाटर एंड यूटिलाइजिंग वाटर रिसोर्सेज सस्टेनेबली, चंगी तरह पानी की वरतों करनी। स्ट्रक्चरिंग कंजप्शन पैटर्नस एंड लाइफस्टाइल सस्टेनेबल टू कंटिन्यू एक्सेस टू नेचुरल सोर्सेज, ठीक है जी। टू कंसिडर सस्टेनेबल डेवलपमेंट विच मीट्स द नीड ऑफ प्रेजेंट वर्ल्ड विदाउट कंप्रोमाइजिंग द एबिलिटी टू फ्यूचर जनरेशन टू एक्सेस नेचुरल रिसोर्सेज को एफिशिएंटली वरतना। इनू एक पॉइंट लिख सकते हैं, नेचुरल टू यूज़ नेचुरल रिसोर्सेज एफिशिएंटली। बेटा यह सारा पार्ट तुहाडा टू यूज़ नेचुरल रिसोर्सेज एफिशिएंटली। इदा के तरीके अपनाने। देखो जी मेन जो सस्टेनेबल डेवलपमेंट का मैं क्वेश्चन कराया, सारा कुछ वही पॉइंट उन्हें पॉइंट बार बार हर जगह फीचर थले भी वही चीज़ आ गई, ऑब्जेक्टिव थले भी वही चीज़ आ गई, ठीक है बेटा जी। मेन लोड़ क्यों पई सस्टेनेबल डेवलपमेंट करन दी, ताकि तुहाडा नैचुरल रिसोर्सेज आने वाली पीढ़ियों में भी मिलते रहें। दूजा एनवायरनमेंट नुकसान ना पहुँचे। तीजा वाटर वाटर की चंगी एफिशिएंटली वरतों करनी, एनर्जी की एफिशिएंटली वरतों करनी, ठीक है बच्चा जी। हिस्सा की केड़े सिद्धांत है सस्टेनेबल डेवलपमेंट वास्ते। सस्टेनेबल डेवलपमेंट रिक्वायर प्रमोशन ऑफ वैल्यूज दैट एनकरेज कंजप्शन स्टैंडर्ड आर विद इन द बाउंड्रीज इकोलॉजिकल पॉसिबल एंड टू विच ऑल कैन रीजनेबली एस्पायर। इदा के प्रोजैक्ट बनाने जिन्हें कि इदा के गाइडलाइना बनानिया ताकि जी वाकई वरतियाँ जा सकन, है ना कि इदा की कोई शर्तां लागू कर देनी जी वरतियाँ ना जा सकन। Meeting essential need depends in part on achieving full growth potential, and sustainable development clearly requires economic growth in places where such needs are not being met। जे तुसीं चाहते सस्टेनेबल डेवलपमेंट होवे तो तुहानूं इकोनॉमिकल ग्रोथ भी चाहिए, पैसा भी चाहिए उस चीज़ को अमल में लियाउण वास्ते। दो द इशू इज़ नॉट merely one of population size but a distribution of resources, sustainable can only be pursued if demographical developments are in harmony with changing productive potential of the ecosystem। ठीक है जी। ਜੇ ਚਾਹੁੰਦੇ ਹੋ ਵਾਕਈ ਤੁਸੀਂ ਸਸਟੇਨੇਬਲ ਡਿਵੈਲਪਮੈਂਟ ਲਿਆਣੀ ਹੈ ਤੇ ਤੁਸੀਂ ਆਪਣੇ ਕਿੱਦਾਂ ਆਲੇ ਦੁਆਲੇ ਜਿਹੜੇ ਚੇਂਜ ਹੁੰਦੇ ਨੇ ਉਹਨਾਂ ਦੇ ਅਕੋਰਡਿੰਗ ਹੀ ਉਹ ਜਿਹੜੀ ਗਾਈਡਲਾਈਨਸ ਨੂੰ ਥੋੜ੍ਹਾ ਬਹੁਤ ਮੋਡੀਫਾਈ ਕਰਨਾ ਪੈ ਸਕਦਾ ਹੈ, ਬਹੁਤਾ ਹਾਰਸ਼ ਨਹੀਂ ਹੋਣਾ ਸਰਕਾਰ ਨੇ ਵੀ। ਸਸਟੇਨੇਬਲ ਡਿਵੈਲਪਮੈਂਟ ਰਿਕੁਆਇਰ ਕੰਜ਼ਰਵੇਸ਼ਨ ਆਫ ਪਲਾਂਟਸ ਐਂਡ ਐਨੀਮਲ ਸਪੀਸੀਜ਼। ਸਸਟੇਨੇਬਲ ਡਿਵੈਲਪਮੈਂਟ ਰਿਕੁਆਇਰਸ ਦ ਐਡਵਰਸ ਇੰਪੈਕਟ ਔਨ ਦ ਕੁਆਲਿਟੀ ਆਫ ਏਅਰ are minimized so as to maintain sustain ecosystem overall integrity। पोल्यूशन का भी चेक रखना है। सस्टेनेबल डेवलपमेंट रिक्वायर्स रेट ऑफ डिप्लीशन ऑफ रिन्यूएबल रिसोर्स शुड बी फोरक्लोज एज फ्यू ऑप्शंस आर एज पॉसिबल। ठीक है जी। नॉन रिन्यूएबल जे रिसोर्सिस वरतों की उन्होंने करनी है, घटानी है। मोस्ट रिन्यूएबल रिसोर्सिस आर पार्ट ऑफ कॉम्पलैक्स एंड इंटरलिंक्ड इकोसिस्टम एंड मैक्सिमम सस्टेन ईल्ड मस्ट बी डिफाइंड आफ्टर टेकिंग इनटू अकाउंट इकोसिस्टम वाइड इफेक्ट्स एंड ऑफ एक्सप्लॉयटेशन। ठीक है जी। ਰੀਨਿਊਏਬਲ ਸੋਰਸਿਸ ਦੀ ਖਪਤ ਨੂੰ ਵਧਾਉਣਾ ਹੈ ਤੇ ਨਾਨ ਰੀਨਿਊਏਬਲ ਸੋਰਸਿਸ ਦੀ ਖਪਤ ਨੂੰ ਕੀ ਹੈ ਨਾ ਘਟਾਉਣਾ ਹੈ। ਤੇ ਬਟ ਰੀਨਿਊਏਬਲ ਸੋਰਸਿਸ ਵੀ ਕਾਫੀ ਤਰ੍ਹਾਂ ਨਾਲ ਲਿੰਕਡ ਹੈਗੇ ਆ ਤੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਰ ਇਹ ਨਾ ਕਿ ਇੱਕ ਤਰ੍ਹਾਂ ਦਾ ਰੀਨਿਊਏਬਲ ਸੋਰਸ ਜ਼ਿਆਦਾ ਵਰਤਿਆ ਜਾਵੇ। growth has no set limits in terms of population or resource use beyond which lies ecological disaster, but ultimate
limit there are and sustainable require that long before these are reached, the world must ensure equitable access to the constrained resources and reorient technologies efforts to relieve the pressure। ਹੁਣ ਜਿੱਦਾਂ ਪੋਪੂਲੇਸ਼ਨ ਵੱਧਦੀ ਜਾ ਰਹੀ ਹੈ, ਰਿਸੋਰਸਿਸ ਦੀ ਖਪਤ ਵੱਧਦੀ ਜਾ ਰਹੀ ਹੈ, ਕਦੀ ਕਦੀ ਇੱਕ ਤਰ੍ਹਾਂ ਦਾ ਰਿਸੋਰਸ ਕਿਤੇ ਜ਼ਿਆਦਾ ਵਰਤਿਆ ਜਾ ਰਿਹਾ ਹੁੰਦਾ ਅਤੇ ਇਸ ਤਰ੍ਹਾਂ ਕੀ ਹੋਏਗਾ, ਉਸ ਰਿਸੋਰਸ ਉੱਤੇ ਪ੍ਰੈਸ਼ਰ ਪੈ ਜਾਂਦਾ ਹੈ। ਬਟ ਆਪਾਂ ਵੇਖਣਾ ਕਿ ਹਾਂ ਵੀ ਹਰ ਤਰ੍ਹਾਂ ਦੇ ਰਿਸੋਰਸ ਉੱਤੇ ਬਰਾਬਰ ਪ੍ਰੈਸ਼ਰ ਪਵੇ, ਜਾਂ ਨਾ ਇੱਕ ਤਰ੍ਹਾਂ ਦਾ ਰਿਸੋਰਸ ਜ਼ਿਆਦਾ ਖਾਧਾ ਜਾਵੇ ਤਾਂ ਖਤਮ ਹੋ ਜਾਏਗਾ। ਸਸਟੇਨੇਬਲ ਡਿਵੈਲਪਮੈਂਟ ਮਸਟ ਨਾਟ ਐਂਡੇਂਜਰ ਨੈਚੁਰਲ ਸਿਸਟਮ ਦੈਟ ਸਪੋਰਟ ਲਾਈਫ ਔਨ ਅਰਥ, ਦ ਐਟਮੋਸਫੀਅਰ, ਦ ਵਾਟਰ, ਦ ਸੋਇਲ। ਸਸਟੇਨੇਬਲ ਡਿਵੈਲਪਮੈਂਟ ਦੇ ਕਾਰਨ ਇਹ ਨਹੀਂ ਹੋਣਾ ਜਿੱਦਾਂ ਕਿ ਏਅਰ ਦੀ ਕੁਆਲਿਟੀ, ਵਾਟਰ ਦੀ ਕੁਆਲਿਟੀ, ਸੋਇਲ ਦੀ ਕੁਆਲਿਟੀ ਖਰਾਬ ਹੋ ਜਾਏ। ਠੀਕ ਹੈ ਜੀ, ਇਹ ਕੁਝ ਪ੍ਰਿੰਸੀਪਲ ਹੈਗੇ ਆ ਸਸਟੇਨੇਬਲ ਡਿਵੈਲਪਮੈਂਟ ਦੇ। ਬੇਟਾ ਸਸਟੇਨੇਬਲ ਡਿਵੈਲਪਮੈਂਟ ਪਹਿਲਾ ਕੁਐਸਚਨ ਤੁਸੀਂ ਪੁਆਇੰਟ ਬਣਾ ਕੇ ਸਾਰੇ 'ਚ ਲਿਖਾ ਨਾ ਗੱਲ, ਸਾਰੇ ਪੁਆਇੰਟ ਸਾਰੇ ਕੁਐਸਚਨ ਕੀ ਕਹਿੰਦੇ ਪਏ, ਸੇਮ ਹੀ ਕਹਿੰਦੇ ਪਏ। ਇਸ ਤੋਂ ਇਲਾਵਾ ਬੇਟਾ ਜੀ ਕੁਝ ਡੈਫੀਨੇਸ਼ਨਸ ਹੈਗੀਆਂ ਜਿਹੜੀਆਂ ਮੈਂ ਚਾਹੁੰਦਾ ਕਿ ਤੁਸੀਂ ਕਰ ਲਓ। ਜਿਹੜਾ ਵੀ ਈਕੋਸਿਸਟਮ ਹੈਗਾ ਉਹਦੇ ਵਿੱਚ ਔਰਗਨਾਈਜੇਸ਼ਨ ਹੁੰਦੀ ਹੈ। ਈਕੋਸਿਸਟਮ ਨੂੰ ਕਈ ਚੀਜ਼ਾਂ ਮਿਲ ਕੇ ਬਣਾਉਂਦੀਆਂ ਨੇ। ਜਿੱਦਾਂ ਮੰਨ ਲਓ ਇੱਕ ਬੰਦਾ ਜਿਹੜਾ ਕੋਈ ਵੀ ਜੀਵ ਜੰਤੂ ਕਿਸ ਤਰ੍ਹਾਂ ਬਣਦਾ, ਇੱਕ ਸੈੱਲ ਹੁੰਦਾ, ਸੈੱਲ ਜੁੜ ਕੇ ਪਹਿਲੇ ਟਿਸ਼ੂ ਬਣਾਉਂਦਾ, ਟਿਸ਼ੂ ਜੁੜ ਕੇ ਔਰਗਨ ਸਿਸਟਮ ਬਣਾਉਂਦੇ, ਤਾਂ ਔਰਗਨ ਸਿਸਟਮ ਜੁੜ ਕੇ ਔਰਗੈਨਿਜ਼ਮ ਬਣਾਉਂਦੇ। ਇਸ ਤਰ੍ਹਾਂ ਹੀ ਕੀ ਹੁੰਦਾ ਹੈ, ਜਿਹੜਾ ਈਕੋਸਿਸਟਮ ਹੈ ਉਹ ਕਿਸ ਤਰ੍ਹਾਂ ਬਣਦਾ, ਇੰਡੀਵਿਜੂਅਲ ਔਰ ਸਪੀਸੀਜ਼, ਇੱਕ ਤਰ੍ਹਾਂ ਦੇ ਜੀਵ ਜੰਤੂ, ਇੱਕ ਤਰ੍ਹਾਂ ਦੇ ਜੀਵ ਜੰਤੂ ਮਿਲ ਕੇ ਕੀ ਬਣਾਉਂਦੇ, ਉਹਦੀ ਪਾਪੂਲੇਸ਼ਨ। ਜਿੱਦਾਂ ਕਿ ਹਿਊਮਨਸ ਮਿਲ ਕੇ ਹਿਊਮਨ ਪਾਪੂਲੇਸ਼ਨ ਬਣਾਉਣਗੇ, ਡਾਇਨਾਸੌਰ ਮਿਲ ਕੇ ਡਾਇਨਾਸੌਰ ਦੀ ਪਾਪੂਲੇਸ਼ਨ, ਕੁੱਤੇ ਮਿਲ ਕੇ ਕੁੱਤੇ ਦੀ ਪਾਪੂਲੇਸ਼ਨ ਬਣਾਉਣਗੇ, ਚਿਕਨ ਮਿਲ ਕੇ ਚਿਕਨ ਦੀ ਪਾਪੂਲੇਸ਼ਨ ਬਣਾਉਣਗੇ। ਇਸ ਤਰ੍ਹਾਂ ਇੱਕ ਤਰ੍ਹਾਂ ਦਾ ਜੀਵ ਜੰਤੂ ਜੇ ਮਿਲੇਗਾ ਉਹਨੂੰ ਕਹਿੰਦੇ, ਇੱਕ ਤਰ੍ਹਾਂ ਦਾ ਜੀਵ ਜੰਤੂ ਨੂੰ ਕਹਿੰਦੇ ਸਪੀਸੀਜ਼ ਜਾਂ ਇੰਡੀਵਿਜੂਅਲ। ਇੱਕ ਤਰ੍ਹਾਂ ਦਾ ਜੀਵ ਜੰਤੂ ਮਿਲ ਕੇ ਇੱਕ ਤਰ੍ਹਾਂ ਦੀ ਪਾਪੂਲੇਸ਼ਨ ਬਣਾਉਣਗੇ, ਅਤੇ ਕਈ ਸਾਰੀ ਪਾਪੂਲੇਸ਼ਨ ਜੁੜ ਕੇ, ਵੱਖੋ ਵੱਖਰੀ ਪਾਪੂਲੇਸ਼ਨ ਜੁੜ ਕੇ, ਵੱਖੋ ਵੱਖਰੇ ਜੀਵ ਜੰਤੂ ਜੁੜ ਕੇ ਵੱਖੋ ਵੱਖਰੀ ਪਾਪੂਲੇਸ਼ਨ ਬਣਾਉਣਗੇ, ਅਤੇ ਵੱਖੋ ਵੱਖਰੀ ਪਾਪੂਲੇਸ਼ਨ ਜੁੜ ਕੇ ਕੀ ਬਣਾਏਗੀ, ਕਮਿਊਨਿਟੀ ਬਣਾਏਗੀ, ਅਤੇ ਵੱਖੋ ਵੱਖਰੀ ਕਮਿਊਨਿਟੀਆਂ ਆਪਸ 'ਚ ਜੁੜ ਕੇ ਕੀ ਬਣਾਉਣਗੀਆਂ, ਈਕੋ ਸਿਸਟਮ ਬਣਾਉਣਗੀਆਂ। ਇਹ ਆਰਗੇਨਾਈਜੇਸ਼ਨ ਲੈਵਲ ਇਸ ਤਰ੍ਹਾਂ ਹੀ ਚੱਲਦਾ ਹੈ। ਸਪੀਸੀਜ਼ ਤੋਂ ਬਾਅਦ ਪਾਪੂਲੇਸ਼ਨ ਹੁੰਦੀ ਹੈ, ਪਾਪੂਲੇਸ਼ਨ ਤੋਂ ਬਾਅਦ ਕਮਿਊਨਿਟੀ ਹੁੰਦੀ ਹੈ, ਕਮਿਊਨਿਟੀ ਤੋਂ ਬਾਅਦ ਈਕੋ ਸਿਸਟਮ ਹੁੰਦਾ ਹੈ। ਸਪੀਸੀਜ਼ ਕੀ ਹੁੰਦਾ ਹੈ, ਸਪੀਸੀਜ਼ ਡੈਫੀਨੇਸ਼ਨ ਕਹਿੰਦੇ ਗਰੁੱਪ ਆਫ ਆਰਗੇਨਿਜ਼ਮਸ ਕੇਪੇਬਲ ਆਫ ਬਰੀਡਿੰਗ ਵਿਦ ਈਚ ਅਦਰ। ਇਹੋ ਜਿਹੇ ਆਰਗੇਨਿਜ਼ਮ ਜਿਹੜੇ ਕਿ ਆਪਸ 'ਚ ਕਰ ਸਕਦੇ ਆ, ਪ੍ਰਜਨਨ ਕਰ ਸਕਦੇ ਆ। ਹਿਊਮਨ ਬੰਦਾ ਬੰਦੇ ਦੇ ਬੱਚੇ ਨੂੰ ਜਨਮ ਦੇ ਸਕਦਾ, ਕੁੱਤੇ ਦੇ ਬੱਚੇ ਨੂੰ ਜਨਮ ਨਹੀਂ ਦੇ ਸਕਦਾ। ਠੀਕ ਹੈ ਜੀ, ਯਾਨੀ ਕਿ ਜਿਹੜੀ ਇੱਕ ਇਹੋ ਜਿਹੇ ਜੀਵ ਜੰਤੂ ਜਿਹੜੇ ਆਪਸ 'ਚ ਬਰੀਡਿੰਗ ਕਰ ਸਕਦੇ ਆ, ਰੀਪਰੋਡਿਊਸ ਕਰ ਸਕਦੇ ਆ, ਉਹਨਾਂ ਨੂੰ ਕਹਿੰਦੇ ਇੱਕ ਤਰ੍ਹਾਂ ਦੇ ਜੀਵ ਜੰਤੂ ਹੁੰਦੇ ਆ, ਸਪੀਸੀਜ਼ ਹੁੰਦੀ ਹੈ। ਅੰਡਰ ਨੈਚੁਰਲ ਕੰਡੀਸ਼ਨ ਐਂਡ ਪ੍ਰੋਡਿਊਸਿੰਗ ਫਰਟਾਈਲ ਆਫਸਪ੍ਰਿੰਗ, ਜਿਹੜੇ ਕਿ ਆਪਸ 'ਚ ਪ੍ਰਜਨਨ ਕਰਕੇ ਅੱਗੋਂ ਗਾਂ ਮਤਲਬ ਉਪਜਾਊ ਬੱਚੇ ਪੈਦਾ ਕਰ ਸਕਣ, ਉਹਨਾਂ ਨੂੰ ਕਹਿੰਦੇ ਆ ਸਪੀਸੀਜ਼। ਗਰੁੱਪ ਆਫ ਆਰਗੇਨਿਜ਼ਮਸ ਕੇਪੇਬਲ ਆਫ ਬਰੀਡਿੰਗ ਵਿਦ ਈਚ ਅਦਰ ਐਂਡ ਅੰਡਰ ਨੈਚੁਰਲ ਕੰਡੀਸ਼ਨ ਐਂਡ ਪ੍ਰੋਡਿਊਸਿੰਗ ਫਰਟਾਈਲ ਆਫਸਪ੍ਰਿੰਗ। ਸਪੀਸੀਜ਼ ਇਹ ਹੁੰਦੀ, ਸਪੀਸੀਜ਼ ਦੀ ਪਰਿਭਾਸ਼ਾ। ਪਾਪੂਲੇਸ਼ਨ ਕੀ ਹੁੰਦੀ ਹੈ, ਗਰੁੱਪ ਆਫ ਆਰਗੇਨਿਜ਼ਮਸ ਆਫ ਸੇਮ ਸਪੀਸੀਜ਼, ਕਈ ਤਰ੍ਹਾਂ ਦੇ ਆਰਗੇਨਿਜ਼ਮ ਕਿਹਦੇ ਇੱਕੋ ਤਰ੍ਹਾਂ ਦੀ ਸਪੀਸੀਜ਼ ਦੇ ਲਿਵਿੰਗ ਇਨ ਵਨ ਏਰੀਆ, ਇੱਕ ਜਗ੍ਹਾ 'ਤੇ ਰਹਿੰਦੇ ਹੁੰਦੇ ਆ ਡਿਊਰਿੰਗ ਸਮ ਸਪੈਸੀਫਿਕ ਟਾਈਮ। ਇੱਕ ਜਗ੍ਹਾ 'ਤੇ ਮਿਲਣ ਵਾਲੇ ਸਾਨੂੰ ਇੱਕੋ ਤਰ੍ਹਾਂ ਦੇ ਇੱਕੋ ਤਰ੍ਹਾਂ ਦੇ ਜੀਵ ਜਿਹੜੇ ਇੱਕ ਜਗ੍ਹਾ 'ਤੇ ਸਾਨੂੰ ਮਿਲਦੇ ਹੈ ਇੱਕ ਟਾਈਮ 'ਤੇ, ਉਹਨੂੰ ਕਹਿੰਦੇ ਉਸ ਜੀਵ ਜੰਤੂ ਦੀ ਪਾਪੂਲੇਸ਼ਨ ਉਸ ਜਗ੍ਹਾ ਦੀ। ਠੀਕ ਹੈ ਜੀ। ਸਾਈਜ਼ ਆਫ ਪਾਪੂਲੇਸ਼ਨ, ਹੁਣ ਕੋਈ ਵੀ ਕਿਸੇ ਵੀ ਸਪੀਸੀਜ਼ ਦੀ ਪਾਪੂਲੇਸ਼ਨ ਕਿੰਨੇ ਜੀਵ ਸਾਨੂੰ ਮਿਲਣਗੇ, ਕਿਸੇ ਵੀ ਇੱਕ ਤਰ੍ਹਾਂ ਦਾ ਜੀਵ ਸਾਨੂੰ ਇੱਕ ਜਗ੍ਹਾ 'ਤੇ ਕਿੱਦਾਂ ਮਿਲੇਗਾ, ਉਹ ਸਿੱਧਾ ਹੀ ਡਿਪੈਂਡ ਕਰਦਾ ਉੱਥੋਂ ਦੇ এনवायरमेंट ਦੇ ਉੱਤੇ। ਸਾਈਜ਼ ਆਫ ਪਾਪੂਲੇਸ਼ਨ ਅਫੈਕਟਡ ਬਾਈ ਬਰਥ ਐਂਡ ਡੈਥ ਰੇਟ, ਜਾਂ ਉਹਨਾਂ ਦੀ ਕਿੰਨਾ ਪ੍ਰਜਨਨ ਹੁੰਦਾ ਅਤੇ ਕਿੰਨੀ ਛੇਤੀ ਉਹ ਮਰ ਜਾਂਦੇ ਆ। ਚੇਂਜਿਸ ਇਨ এনवायरमेंट ਕੰਡੀਸ਼ਨ, ਕੰਪੀਟੀਸ਼ਨ ਵਿਦ ਅਦਰ ਸਪੀਸੀਜ਼, ਜਾਂ ਅਦਰ ਸਪੀਸੀਜ਼ ਨਾਲ ਲੜ ਮਰ ਕੇ ਤਾਂ ਖਤਮ ਤਾਂ ਨਹੀਂ ਹੋ ਜਾਂਦੇ। ਠੀਕ ਹੈ ਜੀ, ਇਸ 'ਤੇ ਸਿੱਧਾ ਹੀ ਡਿਪੈਂਡ ਕਰਦਾ ਸਾਈਜ਼ ਆਫ ਪਾਪੂਲੇਸ਼ਨ। ਇੱਕ ਤਰ੍ਹਾਂ ਦਾ ਜੀਵ ਜੰਤੂ ਸਾਨੂੰ ਕਿਸੇ ਜਗ੍ਹਾ 'ਤੇ ਕਿੰਨਾ ਮਿਲੇਗਾ, ਉਹ ਸਿੱਧਾ ਡਿਪੈਂਡ ਕਰਦਾ ਹੈ ਕਾਹਦੇ 'ਤੇ, ਵੀ ਉੱਥੋਂ ਉਹਦਾ ਜੀਵ ਜੰਤੂ ਦਾ ਪ੍ਰਜਨਨ ਅਤੇ ਮਰਨ ਦੀ ਸਪੀਡ ਕਿੰਨੀ ਹੈਗੀ ਹੈ। ਦੂਜਾ এনवायरमेंट ਕਿੱਦਾਂ ਅਸਰ ਪਾਉਂਦਾ ਉਹਦੇ 'ਤੇ। ਤੀਜਾ ਉਹ ਦੂਜੀਆਂ ਸਪੀਸੀਜ਼ ਨਾਲ ਕਿੰਨਾ ਕੰਪੀਟ ਕਰ ਪੈਂਦਾ, ਕਿੰਨਾ ਸਰਵਾਈਵ ਕਰ ਪੈਂਦਾ। ਹੁਣ ਬੇਟਾ ਜੀ ਪਾਪੂਲੇਸ਼ਨ ਇੱਕ ਤਰ੍ਹਾਂ ਪਾਪੂਲੇਸ਼ਨ ਦੀ ਪਰਿਭਾਸ਼ਾ ਕੀ ਗਈ, ਇੱਕ ਤਰ੍ਹਾਂ ਦੇ ਜੀਵ ਜੰਤੂ ਦੀ ਇੱਕ ਥਾਂ 'ਤੇ ਆਬਾਦੀ ਨੂੰ ਕਹਿੰਦੇ ਆ ਪਾਪੂਲੇਸ਼ਨ। ਅਤੇ ਕਈ ਸਾਰੀਆਂ ਆਬਾਦੀਆਂ ਮਿਲ ਕੇ ਉਹ ਕੀ ਬਣਾਉਂਦੀ ਹੈ, ਕਮਿਊਨਿਟੀ। ਪਾਪੂਲੇਸ਼ਨ ਆਫ ਵੇਰੀਅਸ ਸਪੀਸੀਜ਼, ਇੱਥੇ ਡਿਫਰੈਂਟ ਸਪੀਸੀਜ਼ ਆ ਗਿਆ ਲਿਵਿੰਗ ਇਨ ਸਮ ਏਰੀਆ। ਇੱਕ ਜਗ੍ਹਾ 'ਤੇ ਵੱਖੋ ਵੱਖਰੇ ਜੀਵ ਜੰਤੂ ਦੀ ਪਾਪੂਲੇਸ਼ਨ ਨੂੰ ਆਪਾਂ ਐਡ ਕਰ ਦਈਏ ਤਾਂ ਕੀ ਬਣ ਜਾਂਦੀ ਹੈ, ਕਮਿਊਨਿਟੀ ਬਣ ਜਾਂਦੀ ਹੈ, ਅਤੇ ਉਹ ਆਪਸ 'ਚ ਇੰਟਰੈਕਟ ਵੀ ਕਰਦੀਆਂ। ਹੁਣ ਇਹ ਥੋੜ੍ਹਾ ਮੰਨ ਲਓ ਇੱਕ ਜਗ੍ਹਾ 'ਤੇ ਮੰਨ ਲਓ ਹਿੰਦੂ ਫੈਮਿਲੀ ਵੀ ਰਹਿ ਰਹੀ ਹੈ, ਅਤੇ ਇੱਕ ਜਗ੍ਹਾ 'ਤੇ ਸਿੱਖ ਫੈਮਿਲੀ ਰਹਿ ਰਹੀ ਹੈ, ਈਸਾਈ ਫੈਮਿਲੀ ਰਹਿ ਰਹੀ ਹੈ। ਇਸ ਤਰ੍ਹਾਂ ਹੁਣ ਕਿੰਨੇ ਸਾਨੂੰ ਹਿੰਦੂ ਮਿਲਦੇ ਨੇ ਇੱਕ ਜਗ੍ਹਾ 'ਤੇ, ਉਹ ਕੀ ਹੋ ਗਈ ਉਸ ਜਗ੍ਹਾ ਦੀ ਹਿੰਦੂ ਪਾਪੂਲੇਸ਼ਨ। ਕਿੰਨੇ ਸਾਨੂੰ ਸਿੱਖ ਮਿਲਦੇ ਨੇ ਇੱਕ ਜਗ੍ਹਾ 'ਤੇ, ਉਹ ਹੋ ਗਈ ਉੱਥੇ ਸਿੱਖ ਪਾਪੂਲੇਸ਼ਨ। ਕਿੰਨੇ ਸਾਨੂੰ ਈਸਾਈ ਮਿਲਦੇ ਨੇ ਇੱਕ ਜਗ੍ਹਾ 'ਤੇ, ਉਹ ਗਈ ਈਸਾਈਆਂ ਦੀ ਪਾਪੂਲੇਸ਼ਨ। ਠੀਕ ਹੈ ਜੀ, ਠੀਕ ਹੈ। ਅਤੇ ਸਿੱਖ ਇੱਕ ਅਲੱਗ ਸਪੀਸੀਜ਼ ਹੋ ਗਏ। ਸਿੱਖ ਆਪਾਂ ਇੱਦਾਂ ਨਹੀਂ ਕਰ ਸਕਦੇ, ਮੈਂ ਤੁਹਾਨੂੰ ਇਹ ਸਾਰੇ ਹਿਊਮਨਸ ਹੀ ਨੇ। ਠੀਕ ਹੈ ਜੀ, ਬਟ ਇਹ ਜਿਹੜੀ ਹੋ ਗਈ ਤੁਹਾਡੀ ਇਹ ਹੋ ਗਈ ਤੁਹਾਡੀ ਸਿੱਖ ਪਾਪੂਲੇਸ਼ਨ, ਹਿੰਦੂ ਪਾਪੂਲੇਸ਼ਨ, ਈਸਾਈ ਵੱਖੋ ਵੱਖਰੇ ਜਿਹੜੇ ਧਰਮਾਂ ਦੇ ਵੱਖੋ ਵੱਖਰੇ ਬੰਦਿਆਂ ਦੀ ਕਿੰਨੀ ਆਬਾਦੀਆਂ ਆਪਸ 'ਚ ਜੁੜ ਕੇ ਸਾਰੀਆਂ ਕੀ ਬਣਾ ਦੇਣਗੇ, ਇੱਕ ਕਮਿਊਨਿਟੀ ਬਣਾ ਦੇਣਗੇ। ਉਹ ਆਪਸ 'ਚ ਇੰਟਰੈਕਟ ਵੀ ਕਰਨ, ਲੈਣ ਦੇਣ ਵੀ ਕਰਨਗੀਆਂ।
ठीक है जी। पॉपुलेशन ऑफ वेरियस स्पीसीज लिविंग इन सम एरिया एंड इंटरेक्टिंग विद ईच अदर। इंटरेक्शन बिटवीन पॉपुलेशन एंड एबायोटिक एलिमेंट्स ऑफ द एनवायरनमेंट डिटरमिन द स्ट्रक्चर एंड डिस्ट्रीब्यूशन ऑफ द एनवायरनमेंट। एक दूजे ਨਾਲ किस तरह तालमेल करते हैं तो आले दुआले ਦਾ एबायोटिक एलिमेंट्स यानी कि नॉन लिविंग एलिमेंट ਨਾਲ एनवायरनमेंट ਦੇ ਕਿੱਦਾਂ ਇੰਟਰੈਕਟ ਕਰਦੇ ਉਸੇ ਆਧਾਰ ਤੇ ਡਿਸਾਈਡ ਹੁੰਦਾ ਵੀ ਕਮਿਊਨਿਟੀ ਕਿੱਡੀ ਵੱਡੀ ਹੋਏਗੀ ਜਾਂ ਕਿੱਡੀ ਛੋਟੀ ਹੋਏਗੀ। ਸਟਰਕਚਰ ਤੇ ਉਹਦਾ ਡਿਸਟ੍ਰੀਬਿਊਸ਼ਨ। हैबिटेट की होंगे हैबिटेट वो जगह होंगी है जिथे सानू कोई जानवर या पौधा नैचुरली मिलता है। प्लांट्स प्लेस वेयर एनीमल और प्लांट इज़ फाउंड नैचुरली उन्होंने कहते हैबिटेट। ठीक है जी। तो हैबिटेट सानू किहड़ी जगह ते हुण आपां वेखो आपां सोचिए सानू पोलर बीयर सानू अंबरसर मिल जाए वो नहीं मिलना उन्होंने सानू स्नो च ही मिलना वा। ठीक है ना। उही सोचिए ऊंट सानू अंबरसर तुरदा वेखदे वो नहीं सानू रेगिस्तान च वेखना मिलना क्योंकि उन्होंने उत्थों का एनवायरनमेंट ज़्यादा वधिया लगता। ठीक है ना। इंक्लूड ऑल फीचर ऑफ एनवायरनमेंट इन गिवन लोकैलिटी। नीश नीश एक नीश नूं हैबिटेट नूं ही नीश कहते हैं। हैबिटेट नूं की कहते हैं नीश कहते हैं। तो ये वो सारिया चीज़ां होंदियां ने जिहड़े कि एक जीव जंतु नूं जीण वास्ते चाहिदियां होंदियां ने। इंक्लूड वट स्पीसीज नीड टू सर्वाइव एंड रिप्रोड्यूस इन इट्स एनवायरनमेंट। वो सारिया चीज़ां होंदियां जिहड़ियां कि उन्होंने अपने जीव जंतु एक तरह जीव जंतु उत्थे रहन जीण वास्ते ते अगे प्रजनन करने वास्ते चाहिए होंदियां नीश दे विच या हैबिटेट दे विच। ठीक है बेटा जी। कुछ परिभाषा ये भी तुहानूं आउणियां चाहीदियां। इस दे नाल मेरा बेटा जी मेरे अकॉर्डिंग तुहाडा चैप्टर खत्म है। धन्नवाद।